ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਧ ਸੰਗਤ ਜੀ, ਅੱਜ ਆਪਾਂ ਵਿਚਾਰ ਕਰਨ ਜਾ ਰਹੇ ਹਾਂ ਇਤਿਹਾਸਕ ਦਿਹਾੜੇ ਬੰਦੀ ਛੋੜ ਦਿਵਸ ਦੇ ਉੱਪਰ। ਤੇ ਮੈਂ ਸੰਗਤਾਂ ਨੂੰ ਥੋੜੀ ਜੀ ਬੇਨਤੀ ਕਰਦਿਆਂ ਕਿ ਹੋ ਸਕਦਾ ਹੈ ਵਿਚਾਰ ਥੋੜੀ ਜੀ ਲੰਬੀ ਹੋ ਜਾਵੇ, ਤੇ ਪਰ ਆਪ ਜੀ ਜਰੂਰ ਪੂਰੀ ਸੁਣਿਓ ਕਿਉਂਕਿ ਇਸ ਇਤਿਹਾਸਕ ਦਿਹਾੜੇ ਤੋਂ ਆਪਾਂ ਨੂੰ ਬਹੁਤ ਐਸੀਆਂ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਕਿ ਜਿਸ ਨਾਲ ਆਪਣਾ ਜੋ ਜੀਵਨ ਤਬਦੀਲ ਹੋ ਸਕਦਾ ਹੈ। ਤਾਂ ਸ਼ੁਰੂ ਕਰੀਏ ਇਹ ਇਤਿਹਾਸਕ ਬੰਦੀ ਛੋੜ ਦਿਵਸ ਦਾ ਦਿਹਾੜਾ। ਸਨ 1606 ਈਸਵੀ ਵਿੱਚ ਜਦੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਹੁੰਦੀ ਹੈ, ਤਾਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਦਾਤ ਪ੍ਰਾਪਤ ਹੁੰਦੀ ਹੈ। ਤੇ ਗੁਰਤਾ ਗੱਦੀ ਦੀ ਦਾਤ ਪ੍ਰਾਪਤ ਹੁੰਦਿਆਂ ਹੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਦੇ ਹਨ, ਜੋ ਇੱਕ ਸਿੱਧਾ ਸੰਕੇਤ ਸੀ ਹਕੂਮਤ ਨੂੰ ਕਿ ਹੁਣ ਇਸ ਦਰਬਾਰ ਦੇ ਵਿੱਚ ਕੇਵਲ ਭਗਤੀ ਨਹੀਂ ਬਲਕਿ ਸ਼ਕਤੀ ਦੀ ਵੀ ਗੱਲ ਹੋਵੇਗੀ। ਜਿਸ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸ਼ਹੀਦੀ ਦੇ ਕੇ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਕਿੱਦਾਂ ਕਰਨਾ ਹੈ, ਇਹ ਆਪਾਂ ਨੂੰ ਸਿਖਾਇਆ। ਉਸੇ ਤਰ੍ਹਾਂ ਹੁਣ ਛੇਵੇਂ ਪਾਤਸ਼ਾਹ ਜੀ ਨੇ ਇਹ ਜੋ ਸੰਤ ਅਤੇ ਸਿਪਾਹੀ ਦਾ ਸਿਧਾਂਤ ਸੀ, ਉਸ ਨੂੰ ਮੀਰੀ ਪੀਰੀ ਦੀਆਂ ਦੋਨੋਂ ਤਲਵਾਰਾਂ ਧਾਰਨ ਕਰਕੇ ਇੱਕ ਦ੍ਰਿਸ਼ਟਮਾਨ ਰੂਪ ਬਖਸ਼ ਦਿੱਤਾ ਸੀ। ਤੇ ਗੁਰੂ ਪਾਤਸ਼ਾਹ ਜੀ ਨੇ ਇੱਕ ਹੋਰ ਸਿਧਾਂਤ, ਜੋ ਕਿ ਸਟੇਟ ਵਿਦ ਇਨ ਦੀ ਸਟੇਟ, ਕਿ ਰਾਜੇ ਦੇ ਰਾਜ ਦੇ ਵਿੱਚ ਆਦਾ ਰਾਜ ਕਾਇਮ ਕਰ ਲੈਣਾ। ਗੁਰੂ ਪਾਤਸ਼ਾਹ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਗੁਰੂ ਪਾਤਸ਼ਾਹ ਜੀ ਨੇ ਜੰਗੀ ਫੌਜਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਗੁਰੂ ਪਾਤਸ਼ਾਹ ਜੀ ਨੇ ਆਦਿ ਹਥਿਆਰਬੰਦ ਫੌਜ ਦੀ ਟ੍ਰੇਨਿੰਗ ਸ਼ੁਰੂ ਕਰ ਦਿੱਤੀ। ਗੁਰੂ ਪਾਤਸ਼ਾਹ ਜੀ ਨੇ ਸ਼ਿਕਾਰ ਖੇਡਣੇ ਆਰੰਭ ਕਰ ਦਿੱਤੇ। ਸੰਗਤਾਂ ਦੀ ਸੁੱਤੀ ਹੋਈ ਜ਼ਮੀਰ ਨੂੰ ਜਗਾਉਣ ਵਾਸਤੇ ਢਾਡੀ ਵਾਰਾਂ, ਜੋ ਆਪਾਂ ਭਾਈ ਨੱਥਾ ਜੀ, ਭਾਈ ਅਬਦੁੱਲਾ ਜੀ ਦਾ ਇਤਿਹਾਸ ਦੇ ਵਿੱਚ ਨਾਮ ਸੁਣਨੇ ਹਾਂ, ਉਹਨਾਂ ਨੂੰ ਗੁਰੂ ਘਰ ਦੇ ਵਿੱਚ ਪਹਿਲੇ ਢੱਡ ਹੋਣ ਦਾ ਮਾਣ ਪ੍ਰਾਪਤ ਹੈ। ਢਾਡੀ ਵਾਰਾਂ ਗਾਇਨ ਕੀਤੀਆਂ ਜਾਣ ਲੱਗੀਆਂ, ਜੋ ਕਿ ਸੁੱਤੀ ਹੋਈ ਲਕਾਈ ਨੂੰ ਜਗਾਉਣ ਦਾ ਕੰਮ ਕਰਦੀਆਂ ਸੀ। ਤੇ ਇਹ ਸਾਰਾ ਕੁਝ ਦੇਖ ਕੇ ਜੋ ਲਾਹੌਰ ਦਾ ਨਵਾਬ ਸੀ ਮੁਰਤਜ਼ਾ ਖਾਂ ਅਤੇ ਲਾਹੌਰ ਦਾ ਹੀ ਦੀਵਾਨ ਚੰਦੂ, ਉਹਨਾਂ ਤੋਂ ਨਾ ਜਰਿਆ ਗਿਆ। ਉਹਨਾਂ ਨੇ ਜਹਾਂਗੀਰ ਨੂੰ ਚਿੱਠੀਆਂ ਭੇਜੀਆਂ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੋ ਹਨ ਸਿੱਖਾਂ ਦੇ 6ਵੇਂ ਗੁਰੂ, ਇਹ ਮੁਗਲਿਆ ਸਲਤਨਤ ਨੂੰ ਸਿੱਧੀ ਟੱਕਰ ਦੇਣ ਦੀ ਵਿਉਂਤਬੰਦੀ ਕਰ ਰਹੇ ਹਨ ਤੇ ਆਪਦੇ ਪਿਤਾ ਦੀ ਸ਼ਹੀਦੀ ਦਾ ਬਦਲਾ ਲੈ ਸਕਦੇ ਹਨ। ਜਿਸ ਤਰ੍ਹਾਂ ਜਹਾਂਗੀਰ ਨੂੰ ਖਬਰਾਂ ਪਹੁੰਚਾਈਆਂ ਗਈਆਂ, ਜਹਾਂਗੀਰ ਨੇ ਆਦੇ ਦੋ ਫੌਜਦਾਰ ਗੁੱਚਾ ਬੇਗ ਅਤੇ ਵਜ਼ੀਰ ਖਾਂ, ਉਹਨਾਂ ਨੂੰ ਦਿੱਲੀ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਭੇਜਿਆ ਗਿਆ ਤਾਂ ਕਿ ਛੇਵੇਂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਜਾਵੇ ਕਿ ਉਹ ਦਿੱਲੀ ਆ ਕੇ ਜਹਾਂਗੀਰ ਨੂੰ ਮਿਲਣ। ਗੁੱਚਾ ਬੇਗ ਅਤੇ ਵਜ਼ੀਰ ਖਾਨ ਨੇ ਆ ਕੇ ਛੇਵੇਂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ। ਹਾਲਾਂਕਿ ਸੰਗਤਾਂ ਦੇ ਮਨ ਦੇ ਵਿੱਚ ਥੋੜਾ ਜਿਹਾ ਡਰ ਸੀ, ਕਿਉਂਕਿ ਜਦੋਂ ਪੰਜਵੇਂ ਪਾਤਸ਼ਾਹ ਜੀ ਲਾਹੌਰ ਗਏ ਸਨ ਤਾਂ ਉੱਥੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਪਰ ਫਿਰ ਵੀ ਛੇਵੇਂ ਪਾਤਸ਼ਾਹ ਜੀ ਦਿੱਲੀ ਪਹੁੰਚੇ। ਦਿੱਲੀ ਦਰਬਾਰ ਦੇ ਵਿੱਚ ਜਾ ਕੇ ਜਦੋਂ ਛੇਵੇਂ ਪਾਤਸ਼ਾਹ ਜੀ ਦੀ ਮੁਲਾਕਾਤ ਜਹਾਂਗੀਰ ਦੇ ਨਾਲ ਹੋਈ, ਜਦੋਂ ਵਿਚਾਰ ਵਟਾਂਦਰੇ ਹੋਏ, ਤੇ ਜਹਾਂਗੀਰ ਗੁਰੂ ਪਾਤਸ਼ਾਹ ਜੀ ਦੀ ਸ਼ਖਸੀਅਤ ਤੋਂ, ਗੁਰੂ ਪਾਤਸ਼ਾਹ ਜੀ ਦੀ ਉੱਚੀ ਵਿਦਿਆ ਤੋਂ, ਗੁਰੂ ਪਾਤਸ਼ਾਹ ਜੀ ਦੇ ਰੂਹਾਨੀ ਜੀਵਨ ਤੋਂ ਬਹੁਤ ਪ੍ਰਭਾਵਿਤ ਹੋਇਆ। ਅਤੇ ਜਹਾਂਗੀਰ ਇਹ ਵੀ ਜਾਣਦਾ ਸੀ ਕਿ ਗੁਰੂ ਪਾਤਸ਼ਾਹ ਜੀ ਬੜੇ ਤਕੜੇ ਸ਼ਿਕਾਰੀ ਵੀ ਹਨ, ਬਹੁਤ ਚੰਗਾ ਸ਼ਿਕਾਰ ਖੇਡਦੇ ਹਨ। ਇਤਿਹਾਸ ਇੱਥੋਂ ਤੱਕ ਕਹਿੰਦਾ ਹੈ ਕਿ ਜਹਾਂਗੀਰ ਨਾਲ ਛੇਵੇਂ ਪਾਤਸ਼ਾਹ ਜੀ ਨੇ ਸ਼ਿਕਾਰ ਵੀ ਖੇਡੇ ਅਤੇ ਛੇਵੇਂ ਪਾਤਸ਼ਾਹ ਜੀ ਨੇ ਜਹਾਂਗੀਰ ਦੀ ਜਾਨ ਉਦੋਂ ਬਚਾਈ ਜਦੋਂ ਇੱਕ ਆਦਮਖੋਰ ਸ਼ੇਰ ਨੇ ਜਹਾਂਗੀਰ ਦੇ ਉੱਤੇ ਹਮਲਾ ਕੀਤਾ ਅਤੇ ਗੁਰੂ ਪਾਤਸ਼ਾਹ ਜੀ ਨੇ ਬਿਨਾਂ ਸ਼ਸਤਰਾਂ ਤੋਂ ਉਸ ਸ਼ੇਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਹਾਂਗੀਰ ਬੜਾ ਪ੍ਰਭਾਵਿਤ ਹੋਇਆ। ਹੁਣ ਇੱਧਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਅਤੇ ਜਹਾਂਗੀਰ ਦੀ ਨੇੜਤਾ ਨੂੰ ਦੇਖ ਕੇ ਜੋ ਚੰਦੂ ਹੈ, ਉਸ ਤੋਂ ਗੱਲ ਜਰੀ ਨਹੀਂ ਗਈ। ਉਸ ਨੂੰ ਇਹ ਡਰ ਪੈ ਗਿਆ ਕਿ ਕਿਤੇ ਆਪਦੇ ਪਿਤਾ ਦੀ ਸ਼ਹੀਦੀ ਦਾ ਬਦਲਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਚੰਦੂ ਨੂੰ ਕਿਤੇ ਕੋਈ ਸਜ਼ਾ ਨਾ ਹੋ ਜਾਵੇ, ਜਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਜਹਾਂਗੀਰ ਨੂੰ ਇਹ ਦੱਸ ਨਾ ਦੇਣ ਕਿ ਜੋ ਚੰਦੂ ਤੁਹਾਡੇ ਅੱਗੇ ਝੂਠੀਆਂ ਸ਼ਿਕਾਇਤਾਂ ਕਰਦਾ ਹੈ। ਉਸ ਨੂੰ ਇਸ ਗੱਲ ਦਾ ਬੜਾ ਡਰ ਪੈ ਗਿਆ।
ਤੇ ਇੱਧਰ ਹੁਣ ਜਹਾਂਗੀਰ ਦੀ ਜੋ ਤਬੀਅਤ ਹੈ ਉਹ ਵੀ ਥੋੜੀ ਖਰਾਬ ਰਹਿਣ ਲੱਗ ਪਈ ਤੇ ਚੰਦੂ ਨੇ ਮੌਲਵੀਆਂ ਦੇ ਥਰੂ, ਕਿਉਂਕਿ ਜਹਾਂਗੀਰ ਦੀ ਇੱਕ ਬੜੀ ਵੱਡੀ ਖਾਮੀ ਸੀ, ਉਹ ਬੜਾ ਵਹਿਮ ਕਰਦਾ ਸੀ, ਬੜਾ ਵਹਿਮੀ ਕਿਸਮ ਦਾ ਇਨਸਾਨ ਸੀ। ਤਾਂ ਚੰਦੂ ਨੇ ਇਹ ਗੱਲ ਦਾ ਜੋ ਕਹਿ ਲਓ ਭੁਲੇਖਾ ਪਾ ਦਿੱਤਾ ਮੌਲਵੀਆਂ ਦੇ ਥਰੂ ਕਿ ਜੇਕਰ ਕੋਈ ਖੁਦਾ ਦਾ ਨੇਕ ਬੰਦਾ, ਕੋਈ ਰੱਬ ਦਾ ਨੂਰ ਤੁਹਾਡੇ ਵਾਸਤੇ ਗਵਾਲੀਅਰ ਦੇ ਕਿਲੇ ਦੇ ਵਿੱਚ ਜਾ ਕੇ ਅਰਦਾਸ ਬੇਨਤੀ ਕਰੇ ਤਾਂ ਤੁਹਾਡੀ ਤਬੀਅਤ ਜੋ ਹੈ ਉਹ ਠੀਕ ਹੋ ਸਕਦੀ ਹੈ। ਤੇ ਨਾਲ ਹੀ ਮੌਲਾਨਾ ਮੌਲਵੀਆਂ ਨੇ ਇਹ ਵੀ ਕਹਿਤਾ ਕਿ ਹੁਣ ਜੋ ਗੁਰਤਾ ਗੱਦੀ ਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਬੈਠੇ ਹਨ, ਉਸ ਤੋਂ ਵੱਡਾ ਪੀਰ ਹੋਰ ਕੌਣ ਹੋ ਸਕਦਾ ਹੈ ਤੁਹਾਡੀ ਅਰਦਾਸ ਬੇਨਤੀ ਵਾਸਤੇ। ਤਾਂ ਇਸ ਕਰਕੇ 6ਵੇਂ ਪਾਤਸ਼ਾਹ ਜੀ ਨੂੰ ਦਿੱਲੀ ਤੋਂ ਗਵਾਲੀਅਰ ਭੇਜ ਦਿੱਤਾ ਗਿਆ। ਆਪਾਂ ਕਹਿ ਦਿੰਦੇ ਹਾਂ ਕਿ ਗੁਰੂ ਪਾਤਸ਼ਾਹ ਜੀ ਨੂੰ ਕੈਦ ਕਰ ਦਿੱਤਾ ਗਿਆ, ਪਰ ਇਹ ਗੁਰੂ ਪਾਤਸ਼ਾਹ ਜੀ ਦਾ ਕੌਤਕ ਹੀ ਸੀ, ਕਿਉਂਕਿ ਕੋਈ ਵੀ ਗੁਰੂ ਨੂੰ ਕੈਦ ਨਹੀਂ ਕਰ ਸਕਦਾ। ਗੁਰੂ ਤਾਂ ਆਪ ਇੱਕ ਕੌਤਕ ਰਚਨ ਗਏ ਸੀ, ਇੱਕ ਗੱਲ ਸਮਝਾਉਣ ਗਏ ਸੀ, ਕਿਉਂਕਿ ਕੈਦ ਉਹਨੂੰ ਕੀਤਾ ਜਾਂਦਾ ਹੈ, ਸਰੀਰ ਨੂੰ ਕੈਦ, ਸਰੀਰ ਉਹਨਾਂ ਦਾ ਕੈਦ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਸੋਚ ਆਜ਼ਾਦ ਹੁੰਦੀ ਹੈ। ਵਕਤ ਦੀਆਂ ਹਕੂਮਤਾਂ, ਵਕਤ ਦੀਆਂ ਸਰਕਾਰਾਂ ਇਹ ਸੋਚਦੀਆਂ ਹਨ ਕਿ ਕਿਤੇ ਸਰੀਰ ਨੂੰ ਕੈਦ ਕਰਕੇ ਮਨੁੱਖ ਨੂੰ ਮਾਨਸਿਕ ਗੁਲਾਮ ਬਣਾਇਆ ਜਾ ਸਕਦਾ ਹੈ, ਤੇ ਔਖੇ ਵੇਲੇ ਤੋਂ ਡਰ ਕੇ ਕਈ ਜਣੇ ਜੋ ਮਾਨਸਿਕ ਗੁਲਾਮੀ ਵੀ ਕਬੂਲ ਕਰ ਲੈਂਦੇ ਹਨ। ਤਾਂ ਇੱਕ ਵਾਰ ਜਦੋਂ ਮਨੁੱਖ ਨੇ ਮਾਨਸਿਕ ਗੁਲਾਮੀ ਕਬੂਲ ਕਰ ਲਈ, ਫਿਰ ਸਰੀਰ ਨੂੰ ਕੈਦ ਕਰਨ ਦੀ ਲੋੜ ਹੀ ਨਹੀਂ ਰਹਿ ਜਾਂਦੀ। ਤਾਂ ਗੁਰੂ ਪਾਤਸ਼ਾਹ ਜੀ ਕੌਤਕ ਰਚਨ ਆਪ ਗਵਾਲੀਅਰ ਦੇ ਕਿਲੇ ਦੇ ਵਿੱਚ ਗਏ ਹਨ, ਤੇ ਗਵਾਲੀਅਰ ਦਾ ਕਿਲਾ ਜੋ ਹੈ ਉਹ ਕੋਈ ਆਮ ਜੇਲ੍ਹ ਜਾਂ ਆਮ ਪ੍ਰਿਜ਼ਨ ਨਹੀਂ ਸੀ। ਇਹ ਮੁਗਲਿਆ ਸਲਤਨਤ ਦੇ ਸਮੇਂ ਤੇ ਇੱਕ ਕਹਿ ਲਓ ਪੋਲੀਟੀਕਲ ਪ੍ਰਿਜ਼ਨ ਸੀ, ਜਿਸ ਦੇ ਵਿੱਚ ਜਦੋਂ ਕੋਈ ਰਾਜਾ ਹਾਰ ਜਾਂਦਾ ਸੀ ਜਾਂ ਕਿਸੇ ਰਾਜੇ ਨੂੰ ਫੜਿਆ ਜਾਂਦਾ ਸੀ, ਕੇਵਲ ਰਾਜਿਆਂ ਨੂੰ ਕੈਦ ਕੀਤਾ ਜਾਂਦਾ ਸੀ। ਤੇ ਇੱਥੇ ਦੇ ਹਾਲਾਤ ਵੀ ਬੜੇ ਮਾੜੇ ਸਨ, ਕਿਉਂਕਿ ਜੋ ਉੱਥੇ ਕੈਦੀ ਹੁੰਦੇ ਸਨ ਉਹਨਾਂ ਨੂੰ ਖਾਣੇ ਦੇ ਵਿੱਚ ਇੱਕ ਤਰ੍ਹਾਂ ਦਾ ਮਿੱਠਾ ਜ਼ਹਿਰ ਖਵਾਇਆ ਜਾਂਦਾ ਸੀ, ਜਿਸ ਨਾਲ ਕਿ ਹੌਲੀ ਹੌਲੀ 2 3 4 ਸਾਲਾਂ ਨੂੰ ਬਿਮਾਰ ਹੋ ਜਾਣ ਤੇ ਉਹਨਾਂ ਦੀ ਮੌਤ ਹੋ ਜਾਵੇ। ਇੱਥੋਂ ਤੱਕ ਵੀ ਕਿਹਾ ਜਾਂਦਾ ਹੈ ਕਿ ਇੱਥੇ ਜੋ ਕੱਪੜੇ ਵੀ ਦਿੱਤੇ ਜਾਂਦੇ ਸਨ, ਉਹਨਾਂ ਵਿੱਚ ਵੀ ਜ਼ਹਿਰ ਲਗਾ ਕੇ ਕੱਪੜੇ ਦਿੱਤੇ ਜਾਂਦੇ ਸਨ, ਕਿ ਜਦੋਂ ਪਸੀਨਾ ਆਵੇ ਤੇ ਪਸੀਨੇ ਦੇ ਨਾਲ ਇਹ ਜ਼ਹਿਰ ਜੋ ਹੈ ਇਹ ਕੈਦੀਆਂ ਦੇ ਸਰੀਰ ਦੇ ਵਿੱਚ ਜਾਵੇ ਤੇ ਉਹਨਾਂ ਦੀ ਮੌਤ ਹੋ ਜਾਵੇ। ਪਰ ਇੱਥੇ ਦਾ ਜੋ ਜੇਲਰ ਸੀ ਹਰਦਾਸ ਜੀ, ਉਹ ਗੁਰੂ ਘਰ ਦਾ ਬੜਾ ਮੁਰੀਦ ਸੀ। ਜਦੋਂ 6ਵੇਂ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ ਪਹੁੰਚੇ ਹਨ, ਤਾਂ ਬਾਕੀ ਰਾਜਿਆਂ ਨੂੰ ਵੀ ਇੱਕ ਹੌਸਲਾ ਹੋਇਆ ਹੈ ਕਿ ਹੁਣ ਕੋਈ ਆਇਆ ਹੈ ਜੋ ਉਹਨਾਂ ਨੂੰ ਆਜ਼ਾਦ ਕਰਾ ਸਕਦਾ ਹੈ। ਸਮਾਂ ਬੀਤਦਾ ਜਾਂਦਾ ਹੈ, ਇੱਧਰ ਸੰਗਤਾਂ ਜੋ ਹਨ ਸ੍ਰੀ ਅੰਮ੍ਰਿਤਸਰ ਸਾਹਿਬ ਉਹ ਵੀ ਬੜੀਆਂ ਪਰੇਸ਼ਾਨ ਹੁੰਦੀਆਂ ਹਨ, ਤੇ ਉਹ ਬਾਬਾ ਬੁੱਢਾ ਜੀ ਜੋ ਉਸ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਗ੍ਰੰਥੀ ਦੀ ਸੇਵਾ ਨਿਭਾ ਰਹੇ ਹੁੰਦੇ ਸਨ, ਉਹਨਾਂ ਕੋਲੋਂ ਜਾਂਦੀਆਂ ਹਨ ਅਤੇ ਕਹਿੰਦੀਆਂ ਹਨ ਕਿ ਕੋਈ ਹੀਲਾ ਵਸੀਲਾ ਕੀਤਾ ਜਾਵੇ, ਗੁਰੂ ਪਾਤਸ਼ਾਹ ਜੀ ਨੂੰ ਲੰਮਾ ਸਮਾਂ ਹੋ ਗਿਆ ਹੈ ਗਵਾਲੀਅਰ ਦੇ ਕਿਲੇ ਦੇ ਵਿੱਚ। ਹੁਣ ਬਾਬਾ ਬੁੱਢਾ ਜੀ ਇਧਰੋਂ ਸੰਗਤਾਂ ਦਾ ਜੱਥਾ ਲੈ ਕੇ, ਇੱਕ ਨਿਸ਼ਾਨ ਸਾਹਿਬ ਲੈ ਕੇ, ਹੱਥ ਦੇ ਵਿੱਚ ਮਸ਼ਾਲ ਲੈ ਕੇ ਇੱਕ ਯਾਤਰੂ ਚੌਂਕੀ ਕੱਢਦੇ ਹਨ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗਵਾਲੀਅਰ ਦੇ ਵੱਲ। ਸਾਧ ਸੰਗਤ ਜੀ, ਇੱਥੋਂ ਹੀ ਚੌਂਕੀ ਪਰੰਪਰਾ ਉਸ ਦੀ ਆਰੰਭਤਾ ਹੋਈ ਸੀ। ਆਪ ਜੀ ਨੇ ਅਕਸਰ ਦੇਖਿਆ ਹੋਣਾ ਹੈ ਕਿ ਜਦੋਂ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਂਦੇ ਹਾਂ ਤੇ ਸ਼ਾਮ ਦੇ ਵੇਲੇ ਸ੍ਰੀ ਰਹਿਰਾਜ ਸਾਹਿਬ ਦੇ ਪਾਠਾਂ ਤੋਂ ਉਪਰੰਤ ਇੱਕ ਸ਼ਬਦ ਚੌਂਕੀ ਕੱਢੀ ਜਾਂਦੀ ਹੈ, ਜੋ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਵੱਡੀ ਪਰਿਕਰਮਾ ਵੀ ਕਰਦੀ ਹੈ। ਉਸ ਤੋਂ ਉਪਰੰਤ ਜੋ ਛੋਟੀ ਪਰਿਕਰਮਾ ਕਰਕੇ ਜੋ ਮੁੱਖ ਪ੍ਰਵੇਸ਼ ਦੁਆਰ ਹੈ ਉੱਥੇ ਆ ਕੇ ਅਰਦਾਸੀਆ ਸਿੰਘ ਅਰਦਾਸ ਵੀ ਕਰਦਾ ਹੈ, ਤੇ ਉਹ 5-7 ਮਿੰਟ ਦੇ ਸਮੇਂ ਲਈ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕੀਰਤਨ ਉਹ ਵੀ ਰੋਕ ਦਿੱਤਾ ਜਾਂਦਾ ਹੈ। ਤਾਂ ਇੱਥੋਂ ਬਾਬਾ ਬੁੱਢਾ ਜੀ ਸੰਗਤਾਂ ਦੇ ਨਾਲ ਜੋ ਯਾਤਰੂ ਚੌਂਕੀ ਜੋ ਹੈ ਉਹ ਲੈ ਕੇ ਗਵਾਲੀਅਰ ਦੇ ਕਿਲੇ ਪਹੁੰਚਦੇ ਹਨ। ਸੰਗਤਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨਾਲ ਮਿਲਣ ਨਹੀਂ ਦਿੱਤਾ ਜਾਂਦਾ, ਪਰ ਸੰਗਤਾਂ ਦਾ ਇੰਨਾ ਪ੍ਰੇਮ ਭਾਵ ਕਿ ਬਾਹਰ ਬੈਠ ਕੇ ਗਵਾਲੀਅਰ ਦੇ ਕਿਲੇ ਦੇ ਵਿੱਚ ਉੱਥੇ ਹੀ ਪ੍ਰੇਮਾ ਭਗਤੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਦਾ ਸ਼ਬਦ ਕੀਰਤਨ ਕਰਦੇ ਹਨ ਅਤੇ ਗਵਾਲੀਅਰ ਦੇ ਕਿਲੇ ਦੀਆਂ ਕੰਧਾਂ ਨੂੰ ਮੱਥਾ ਟੇਕਦੇ ਹਨ। ਤੇ ਇਧਰ ਜਹਾਂਗੀਰ ਦੀ ਜੋ ਤਬੀਅਤ ਹੈ ਉਹ ਦਿਨੋਂ ਦਿਨ ਹੋਰ ਖਰਾਬ ਹੋ ਜਾਂਦੀ ਹੈ, ਉਸ ਵਿੱਚ ਕੋਈ ਸੁਧਾਰ ਨਹੀਂ ਹੁੰਦਾ। ਤਾਂ ਜਹਾਂਗੀਰ ਦੀ ਪਤਨੀ ਨੂਰ ਜਹਾਂ ਉਹ ਸਾਈਂ ਮੀਆਂ ਮੀਰ ਜੀ ਦੀ ਬੜੀ ਮੁਰੀਦ ਸੀ, ਤੇ ਸਾਈਂ ਮੀਆਂ ਮੀਰ ਜੀ ਦਾ ਗੁਰੂ ਘਰ ਨਾਲ ਅਥਾਹ ਪਿਆਰ ਸੀ। ਸਾਈਂ ਮੀਆਂ ਮੀਰ ਜਦੋਂ ਜਹਾਂਗੀਰ ਦਾ ਪਤਾ ਆਗਰੇ ਲੈਣ ਜਾਂਦੇ ਹਨ,
ਤਾਂ ਨੂਰ ਜਹਾਂ ਉਹਨਾਂ ਨੂੰ ਬੇਨਤੀ ਕਰਦੀ ਹੈ ਕਿ ਆਪ ਬੜੇ ਆਲਮ ਫਾਜ਼ਲ ਹੋ, ਆਪ ਜੀ ਕੋਈ ਹੀਲਾ ਦੱਸੋ ਕਿ ਜਹਾਂਗੀਰ ਦੀ ਤਬੀਅਤ ਜੋ ਹੈ ਉਹ ਠੀਕ ਹੋ ਸਕੇ। ਤਾਂ ਸਾਈਂ ਮੀਆਂ ਮੀਰ ਜੀ ਨੂਰ ਜਹਾਂ ਤੇ ਜਹਾਂਗੀਰ ਨੂੰ ਕਹਿੰਦੇ ਹਨ ਕਿ ਤੁਸੀਂ ਠੀਕ ਕਿੱਦਾਂ ਹੋ ਸਕਦੇ ਹੋ? ਤੁਸੀਂ ਅੱਲਾ ਦੇ ਨੂਰ ਨੂੰ, ਤੁਸੀਂ ਰੱਬ ਦੇ ਨੂਰ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕੀਤਾ ਹੋਇਆ ਹੈ ਤੇ ਤੁਹਾਡੀ ਕਿੱਦਾਂ ਬੰਦ ਖਲਾਸੀ ਹੋ ਸਕਦੀ ਹੈ? ਜਹਾਂਗੀਰ ਸਮਝ ਜਾਂਦਾ ਹੈ ਕਿ ਸਾਈਂ ਮੀਆਂ ਮੀਰ ਜੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਗੱਲ ਕਰ ਰਹੇ ਹਨ। ਤਾਂ ਇਧਰੋਂ ਜਹਾਂਗੀਰ ਜੋ ਹੈ ਉਹ ਵਜ਼ੀਰ ਖਾਨ ਦੇ ਹੱਥ ਗਵਾਲੀਅਰ ਵੱਲੇ ਸੁਨੇਹਾ ਭੇਜਦਾ ਹੈ ਕਿ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਆਜ਼ਾਦ ਕਰ ਦਿੱਤਾ ਜਾਵੇ, ਕਿਲੇ ਤੋਂ ਛੱਡ ਦਿੱਤਾ ਜਾਵੇ ਅਤੇ ਬੜੇ ਮਾਣ ਸਤਿਕਾਰ ਦੇ ਨਾਲ ਦਿੱਲੀ ਲਿਆਂਦਾ ਜਾਵੇ। ਤੇ ਜਦੋਂ ਵਜ਼ੀਰ ਖਾਂ ਇਹ ਸੁਨੇਹਾ ਲੈ ਕੇ ਗਵਾਲੀਅਰ ਪਹੁੰਚਦਾ ਹੈ, ਤਾਂ ਗੁਰੂ ਪਾਤਸ਼ਾਹ ਜੀ ਅੱਗੋਂ ਇੱਕ ਸ਼ਰਤ ਰੱਖਦੇ ਹਨ ਕਿ ਅਸੀਂ ਇਕੱਲੇ ਆਜ਼ਾਦ ਨਹੀਂ ਹੋਵਾਂਗੇ, ਹੋਰ ਜੋ ਤੁਸੀਂ ਰਾਜੇ ਫੜੇ ਹੋਏ ਹਨ ਇਹਨਾਂ ਨੂੰ ਵੀ ਜੇਲ੍ਹ ਦੇ ਵਿੱਚੋਂ ਛੱਡਿਆ ਜਾਵੇ। ਤਾਂ ਜਦੋਂ ਸੁਨੇਹਾ ਜਹਾਂਗੀਰ ਕੋਲ ਪਹੁੰਚਦਾ ਹੈ, ਉਹ ਗੁਰੂ ਨਾਲ ਚਾਲਾਕੀ ਖੇਡਦਾ ਹੈ, ਕਹਿੰਦਾ ਹੈ ਠੀਕ ਹੈ, ਜੋ ਵੀ ਰਾਜਾ ਜਾਂ ਜੋ ਕੈਦੀ ਜੋ ਅੰਦਰ ਹਨ ਇਸ ਪੋਲੀਟੀਕਲ ਪ੍ਰਿਜ਼ਨ ਦੇ, ਉਹ ਗੁਰੂ ਪਾਤਸ਼ਾਹ ਜੀ ਦਾ ਚੋਲਾ ਫੜ ਕੇ ਜੇ ਨਿਕਲ ਜਾਣਗੇ ਤਾਂ ਉਹਨਾਂ ਨੂੰ ਨਾ ਰੋਕਿਆ ਜਾਵੇ। ਤੇ ਜਦੋਂ ਇਹ ਸੁਨੇਹਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਕੋਲ ਪਹੁੰਚਦਾ ਹੈ, ਗੁਰੂ ਪਾਤਸ਼ਾਹ ਜੀ ਮੁਸਕਰਾ ਕੇ 52 ਕਲੀਆਂ ਵਾਲਾ ਚੋਲਾ ਸਵਾਉਂਦੇ ਹਨ ਤੇ ਉਸ ਚੋਲੇ ਦੇ ਨਾਲ ਸਾਰੇ ਹੀ ਜੋ ਰਾਜੇ ਕੈਦੀ ਸਨ, ਪੋਲੀਟੀਕਲ ਪ੍ਰਿਜ਼ਨਰ ਸਨ, ਉਹਨਾਂ ਨੂੰ ਆਜ਼ਾਦ ਕਰਾਉਂਦੇ ਸਨ। ਇਹਨਾਂ ਰਾਜਿਆਂ ਦੇ ਵਿੱਚ ਪਹਾੜੀ ਰਾਜੇ ਵੀ, ਜੋ ਕਿ ਬਾਅਦ ਵਿੱਚ 10ਵੇਂ ਪਾਤਸ਼ਾਹ ਜੀ ਉੱਤੇ ਹਮਲਾ ਕਰਦੇ ਸਨ, ਉਹ ਵੀ ਇਹਨਾਂ ਰਾਜਿਆਂ ਦੇ ਵਿੱਚ ਹੀ ਕੈਦ ਸਨ। ਤੇ ਇਧਰੋਂ ਗੁਰੂ ਪਾਤਸ਼ਾਹ ਜੀ ਦਿੱਲੀ ਪਹੁੰਚਦੇ ਹਨ। ਦਿੱਲੀ ਪਹੁੰਚ ਕੇ ਜਹਾਂਗੀਰ ਆਪਦੇ ਕੀਤੇ ਹੋਏ ਕਰਮਾਂ ਦੀ ਗੁਰੂ ਪਾਤਸ਼ਾਹ ਜੀ ਤੋਂ ਮਾਫੀ ਮੰਗਦਾ ਹੈ ਅਤੇ ਸਮਝ ਜਾਂਦਾ ਹੈ ਕਿ ਇਹ ਗੁਰੂ ਘਰ ਕੇਵਲ ਸੱਚ ਦਾ ਉਪਦੇਸ਼ ਦਿੰਦਾ ਹੈ, ਜੋ ਚੰਦੂ ਦੀਆਂ ਝੂਠੀਆਂ ਸ਼ਿਕਾਇਤਾਂ ਹਨ ਉਹ ਸਾਰੀਆਂ ਕੇਵਲ ਖਰਾ ਝੂਠ ਹੈ। ਤੇ ਇਧਰੋਂ ਹੁਣ ਗੁਰੂ ਪਾਤਸ਼ਾਹ ਜੀ ਦਿੱਲੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਦੇ ਹਨ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਅੰਮ੍ਰਿਤਸਰ ਪਹੁੰਚਦੇ ਹਨ ਤੇ ਸਾਰੀਆਂ ਹੀ ਸੰਗਤਾਂ ਖੁਸ਼ੀ ਦੇ ਵਿੱਚ ਜੋ ਹੈ ਉਹ ਦੀਵੇ ਜਗਾਉਂਦੀਆਂ ਹਨ। ਤੇ ਇਸ ਤਰ੍ਹਾਂ ਜੋ ਬੰਦੀ ਛੋੜ ਦਿਵਸ ਦਾ ਜੋ ਇਤਿਹਾਸ ਹੈ, ਜੋ ਕਿ ਆਪਾਂ ਨੂੰ ਹੁਣ ਦੇਖੀਏ ਕਿ ਇਸ ਇਤਿਹਾਸ ਤੋਂ ਕੀ ਸਿੱਖਣ ਨੂੰ ਮਿਲਦਾ ਹੈ। ਬਾਣੀ ਦੀਆਂ ਪੰਕਤੀਆਂ ਹਨ, ਫੂਟੋ ਆਂਡਾ ਭਰਮ ਕਾ, ਮਨੇ ਭਇਓ ਪ੍ਰਗਾਸ, ਕਾਟੀ ਬੇੜੀ ਪਗੈ ਤੇ ਗੁਰ ਕੀਨੀ ਬੰਦ ਖਲਾਸ। ਕਿ ਆਪਣਾ ਜੋ ਮਨ ਵੀ ਹੈ, ਇਹ ਵੀ ਵਿਸ਼ੇ ਵਕਾਰਾਂ ਦੇ ਵਿੱਚ ਕੈਦ ਹੋਇਆ ਹੋਇਆ ਹੈ। ਇਸ ਨੂੰ ਵੀ ਵਿਸ਼ੇ ਵਕਾਰਾਂ ਦਾ ਮਿੱਠਾ ਜ਼ਹਿਰ ਜੋ ਹੈ, ਉਹ ਰੋਜ਼ਾਨਾ ਦੇ ਤੌਰ ਤੇ ਜੋ ਵਕਾਰ ਹਨ ਆਪਾਂ ਨੂੰ ਦਿੰਦੇ ਹਨ ਤਾਂ ਕਿ ਆਪਣੀ ਮਾਨਸਿਕ ਮੌਤ ਹੋ ਜਾਵੇ। ਤੇ ਕਿਤੇ ਜਿਵੇਂ ਉਸ ਰਾਜਿਆਂ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ 52 ਕਲੀਆਂ ਵਾਲਾ ਚੋਲਾ ਫੜਿਆ ਹੈ, ਕਿਤੇ ਆਪਾਂ ਵੀ ਉਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਇੱਕ ਪੰਕਤੀ ਨੂੰ ਫੜ ਲਈਏ ਤਾਂ ਆਪਾਂ ਵੀ ਇਸ ਮਾਨਸਿਕ ਗੁਲਾਮੀ ਤੋਂ ਆਜ਼ਾਦ ਹੋ ਸਕਨੇ ਹਾਂ। ਸਤਿਗੁਰੂ ਬੰਦੀ ਛੋੜ ਹੈ, ਜੀਵਨ ਮੁਕਤ ਕਰੈ ਓ ਦੀਨਾ। ਸਾਰਿਆਂ ਨੂੰ ਹੀ ਇੱਕ ਵਾਰ ਫਿਰ ਤੋਂ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ। ਹੋਈਆਂ ਭੁੱਲਾਂ ਚੁੱਕਾਂ ਬਖਸ਼ ਲੈਣੀਆਂ। ਆਓ ਰਲ ਮਿਲ ਕੇ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ